ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 24 ਤਰੀਕ ਆ ਤੇ ਦਿਨ ਜਿਹੜਾ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਇਹਨਾਂ ਦੇ ਕੋਲੋਂ ਇੰਸ਼ੋਰੈਂਸ ਕਰਵਾਉਣੀ ਹੈ, ਪਤਾ ਕਰਨਾ ਹੈ, ਕਾਲ ਕਰੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ, ਉਹਨਾਂ ਨੇ ਇਹ ਕਿਹਾ ਵੀ ਉਹ ਇੱਕ ਮੇਜਰ ਕੈਲੀਫੋਰਨੀਆ AI ਬਿੱਲ ਸਾਈਨ ਕਰਨ ਜਾ ਰਹੇ ਹੈਗੇ ਆ। ਇਹਦੇ ਵਿੱਚ ਇਹ ਨਹੀਂ ਦੱਸਿਆ ਉਹਨੇ ਡਿਟੇਲ ਦੇ ਵਿੱਚ ਵੀ ਕਿਹੜਾ ਬਿੱਲ ਹੋਊਗਾ। ਸਟ੍ਰਾਈਕਸ ਦਾ ਰਾਈਟ ਬੈਲੈਂਸ, ਇਹ ਟੈਕਨੋਲੋਜੀ ਨੂੰ ਲੈ ਕੇ ਜੋ ਬਿੱਲ ਹੈਗਾ ਆ ਉਹਦੇ ਉੱਤੇ ਸਾਈਨ ਕਰਨ ਜਾ ਰਹੇ ਆ। ਇਹਦੇ ਵਿੱਚ ਜੋ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਮੈਂਟ ਬਣਾਏ ਆ, ਜਿਸ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਦੇ ਨਾਲ ਕਲਿੰਟਨ ਫਾਊਂਡੇਸ਼ਨ ਦਾ ਜਿਹੜਾ ਐਨੂਅਲ ਕਲਿੰਟਨ ਗਲੋਬਲ ਇਨੀਸ਼ੀਏਟਿਵ ਸੀਗਾ, ਉਹ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕਰ ਰਹੇ ਸੀ। ਇਹ ਨਿਊਯਾਰਕ ਦੇ ਵਿੱਚ ਕਰ ਰਹੇ ਸੀ। ਕਹਿੰਦੇ ਵੀ ਉਹ ਮੇਰੇ ਡੈਸਕ ਦੇ ਉੱਤੇ ਇੱਕ ਤਰ੍ਹਾਂ ਦਾ ਨਾਲ ਬਿੱਲ ਹੈਗਾ ਆ, ਉਹ ਬੈਲੈਂਸ ਰੱਖੂਗਾ। ਇਸ ਕਰਕੇ ਜਿਹੜਾ ਮੈਂ ਬਿੱਲ ਆ ਉਸ ਨੂੰ ਸਾਈਨ ਕਰਨ ਜਾ ਰਿਹਾ ਹੈਗਾ। ਅਸੀਂ ਇੰਡਸਟਰੀ ਦੇ ਵਿੱਚ ਕੰਮ ਕੀਤਾ ਆ ਤੇ ਅਸੀਂ ਇੰਡਸਟਰੀ ਨੂੰ ਆਪਣੇ ਆਪ ਨੂੰ ਸਬਮਿਟ ਨਹੀਂ ਕਰਨਾ ਚਾਹੁੰਦੇ ਹੈਗੇ। ਤੇ ਸੋ ਜਦੋਂ ਇਹ ਬਿੱਲ ਆਉਂਦਾ ਹੈਗਾ SB 53 ਕਰਕੇ ਇਹਨੂੰ ਦੱਸਿਆ ਗਿਆ ਹੈਗਾ AI ਟਰਾਂਸਪੇਰੈਂਸੀ ਬਿੱਲ, ਤੇ ਉਸ ਤੋਂ ਬਾਅਦ ਫਿਰ ਡਿਟੇਲ 'ਚ ਪਤਾ ਲੱਗੂਗਾ ਇਸ ਬਿੱਲ ਦੇ ਵਿੱਚ ਹੈ ਕੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਵਾਕ ਆਫ ਫੇਮ, ਜਿਹੜੀ ਪ੍ਰੈਜ਼ੀਡੈਂਸ਼ੀਅਲ ਵਾਕ ਆਫ ਫੇਮ ਆ, ਉਹ ਜਾਰੀ ਕੀਤੀ ਵਾਈਟ ਹਾਊਸ ਦੇ ਇੱਕ ਕੋਰੀਡੋਰ ਦੇ ਵਿੱਚ। ਉੱਥੇ ਉਹਨਾਂ ਨੇ ਬਾਕੀ ਸਾਰੇ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਤਾਂ ਲਗਾਈਆਂ, ਪਰ ਜਿੱਥੇ ਜੋ ਬਾਈਡਨ ਹੁਣਾਂ ਦੀ ਤਸਵੀਰ ਲਾਉਣ ਦੀ ਸੀਗੀ, ਉਹਦੀ ਥਾਂ ਦੇ ਉੱਤੇ ਉਹਨਾਂ ਨੇ ਆਟੋ ਪੈਨ ਜਿਹੜੇ ਸਿਗਨੇਚਰ ਆ ਉਹ ਲਾ ਦਿੱਤੇ। ਜਿਹੜੇ ਟਰੰਪ ਹੁਣਾਂ ਨੇ ਜਦੋਂ ਕਾਰਜਕਾਲ ਸਾਂਭਿਆ ਤੇ ਜਿਹੜੇ ਬਾਈਡਨ ਹੁਣਾਂ ਦੇ ਜਾਣ ਤੋਂ ਬਾਅਦ 'ਚ ਇਹ ਰੌਲਾ ਜਿਹੜਾ ਉਹਨਾਂ ਦੇ ਪੈਂਦਾ ਰਿਹਾ ਵੀ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ। ਇਹ ਇਹਨਾਂ ਦਾ ਅਕਸਰ ਕਹਿਣਾ ਸੀ ਟਰੰਪ ਹੁਣਾਂ ਦਾ ਬਾਈਡਨ ਬਾਬਤ ਵੀ ਜਿਹੜੇ ਬਾਈਡਨ ਹੁਣਾਂ ਨੂੰ ਬਿਲਕੁਲ ਨਹੀਂ ਸੀ ਪਤਾ ਹੁੰਦਾ ਵੀ ਉਹ ਕਿਹੜੀ ਚੀਜ਼ ਦੇ ਉੱਤੇ ਸਾਈਨ ਕਰ ਰਹੇ ਆ। ਤੇ ਕਈ ਵਾਰੀ ਕਹਿੰਦੇ ਵੀ ਉਹ ਆਪ ਨਹੀਂ, ਇਨਫੈਕਟ ਆਟੋ ਪੈਨ ਦੇ ਨਾਲ ਵੱਖ-ਵੱਖ ਲੈਟਰਸ ਦੇ ਉੱਤੇ, ਵੱਖ-ਵੱਖ ਕਾਨੂੰਨਾਂ ਦੇ ਉੱਤੇ ਉਹਨਾਂ ਨੇ ਜਿਹੜੇ ਉਹ ਸਾਈਨ ਕੀਤੇ ਹੈਗੇ ਆ। ਸੋ ਪ੍ਰੈਜ਼ੀਡੈਂਸ਼ੀਅਲ ਵਾਕ ਆਫ ਫੇਮ ਅਨਵੇਲ ਕੀਤੀ, ਘੁੰਡ ਚੁਕਾਈ ਜਿਹੜੀ ਉਹ ਕੀਤੀ, ਪਰ ਬਾਈਡਨ ਹੁਣਾਂ ਦੀ ਪੋਰਟਰੇਟ ਦੀ ਥਾਂ ਦੇ ਉੱਤੇ ਆਟੋ ਪੈਨ ਮਸ਼ੀਨ ਦੀ ਜਿਹੜੀ ਫੋਟੋ ਆ ਉਹ ਉਹਨਾਂ ਨੇ ਜਿਹੜੀ ਲਗਾ ਦਿੱਤੀ ਹੈਗੀ ਆ। ਸੋ ਇਹ ਸਾਰਾ ਕੁਛ ਦੇ ਕਰਕੇ ਅੱਜ ਕਾਫੀ ਜਿਹੜੀ ਚਰਚਾ ਆ ਉਹ ਇਸ ਬਾਬਤ ਜਿਹੜੀ ਉਹ ਬਣੀ ਹੈਗੀ ਆ। ਸੋ ਇਹੀ ਜਿਹੜਾ ਕਲੇਮ ਉਹਨਾਂ ਨੇ ਰੀਸੈਂਟਲੀ UK ਦੇ ਵਿੱਚ ਹੋਈ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਵੀ ਜਿਹੜਾ ਉਹ ਕੀਤਾ ਸੀਗਾ। ਬਾਈਡਨ ਨੇ ਨਿਊਯਾਰਕ ਟਾਈਮਜ਼ ਨੂੰ ਜਿਹੜਾ ਜੁਲਾਈ ਮਹੀਨੇ ਦੇ ਵਿੱਚ ਦਿੱਤੀ ਇੰਟਰਵਿਊ 'ਚ ਇਹ ਕਿਹਾ ਸੀਗਾ ਵੀ ਉਹਨਾਂ ਨੇ ਹਰ ਇੱਕ ਜਿਹੜਾ ਫੈਸਲਾ ਆ ਉਹ ਖੁਦ ਓਰਲੀ ਜਿਹੜਾ ਉਹ ਗ੍ਰਾਂਟ ਕੀਤਾ ਸੀਗਾ। ਪਾਰਡਨਸ ਤੇ ਕਮਿਊਟੇਸ਼ਨਸ ਜਿਹੜੀਆਂ ਪ੍ਰੈਜ਼ੀਡੈਂਸੀ ਦੇ ਜਿਹੜੇ ਉਹ ਐਂਡ ਦੇ ਵਿੱਚ, ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਆਟੋ ਪੈਨ ਦੇ ਜਿਹੜੇ ਯੂਜ਼ ਨੂੰ ਜਿਹੜਾ ਉਹ ਲੈ ਕੇ ਆ ਪਾਰਡਨਸ ਤੇ ਕਮਿਊਟੇਸ਼ਨਸ ਆ ਉਹਨਾਂ ਦੇ ਲਈ ਜਿਹੜੀ ਉਹ ਵਰਤੀ ਸੀਗੀ। 2011 ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਆ ਉਹਨਾਂ ਨੂੰ ਵੀ ਇਸ ਜਿਹੜੇ ਮੁੱਦੇ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀ। ਪੇਟਰੀਅਟ ਐਕਟ ਦੀ ਜਿਹੜੀ ਐਕਸਟੈਂਸ਼ਨ ਆ ਉਸ ਦੀ ਜਿਹੜੀ ਵਰਤੋਂ ਇਹਨਾਂ ਨੇ ਆਟੋ ਪੈਨ ਦੇ ਨਾਲ ਕੀਤੀ ਸੀ। 2005 ਦਾ ਜਿਹੜਾ ਜਸਟਿਸ ਡਿਪਾਰਟਮੈਂਟ ਦਾ ਇੱਕ ਮੈਮੋ ਸੀ, ਉਸ ਨੇ ਕਿਹਾ ਸੀਗਾ ਵੀ ਪ੍ਰੈਜ਼ੀਡੈਂਟ ਜਿਹੜਾ ਸਾਈਨ ਆ ਉਹ ਬਿੱਲ ਨੂੰ ਕਰ ਸਕਦਾ ਆ, ਡਾਇਰੈਕਟ ਕਰਕੇ ਸਬਆਰਡੀਨੇਟ ਨੂੰ
ਵੀ ਇਸ ਦੇ ਉੱਤੇ ਪ੍ਰੈਜ਼ੀਡੈਂਟ ਦੇ ਜਿਹੜੇ ਸਾਈਨ ਆ ਉਹ ਤੁਸੀਂ ਕਰ ਦੇਵੋ। ਪਰ ਰਾਸ਼ਟਰਪਤੀ ਟਰੰਪ ਨੇ ਜਿਹੜੀ ਟ੍ਰੋਲਿੰਗ ਆ ਨੈਕਸਟ ਲੈਵਲ ਦੇ ਉੱਤੇ ਲੈ ਗਏ ਵੀ ਬਾਈਡਨ ਹੁਣਾਂ ਦੀ ਫੋਟੋ ਲਾਉਣ ਦੀ ਥਾਂ ਤੇ ਆਟੋ ਪੈਨ ਦੀ ਫੋਟੋ ਲਗਾ ਦਿੱਤੀ। ਅਗਲੀ ਖਬਰ ਵੱਲ ਚਲੀਏ ਤੇ ਆਫੀਸ਼ੀਅਲ ਜੋ ਆ ਉਹ ਇਨਵੈਸਟੀਗੇਟ ਕਰ ਰਹੇ ਆ ਇੱਕ ਮੈਕਸੀਕਨ ਮੂਲ ਦੇ ਬੰਦੇ ਦੀ ਆਈਸ ਕਸਟਡੀ ਦੇ ਅੰਦਰ ਸਦਰਨ ਕੈਲੀਫੋਰਨੀਆ ਦੇ ਵਿੱਚ ਮੌਤ ਹੋ ਗਈ ਹੈਗੀ ਆ। ਆਫੀਸ਼ੀਅਲਸ ਨੇ ਇਹ ਕਿਹਾ ਵੀ 39 ਸਾਲਾਂ ਮੈਕਸੀਕਨ ਮੂਲ ਦਾ ਬੰਦਾ ਜੋ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਕਸਟਡੀ ਦੇ ਵਿੱਚ ਸੀਗਾ, ਜਿਹਦਾ ਨਾਂ ਇਸਮਾਈਲ ਐਲਾ ਯੂਰੀਬੇ ਕਰਕੇ ਦੱਸਿਆ ਗਿਆ ਹੈਗਾ। ਸੋ ਉਸ ਨੂੰ ਐਤਵਾਰ ਨੂੰ ਐਡਲਾਂਟੋ ਆਈਸ ਪ੍ਰੋਸੈਸਿੰਗ ਸੈਂਟਰ ਤੋਂ ਇੱਕ ਰੀਜਨਲ ਹਸਪੀਟਲ ਦੇ ਵਿੱਚ ਸਰਜਰੀ ਦੇ ਲਈ ਜਿਹੜਾ ਟ੍ਰਾਂਸਫਰ ਕੀਤਾ ਗਿਆ ਸੀ। ਹਸਪੀਟਲ ਦੇ ਸਟਾਫ ਨੇ ਇਹ ਕਿਹਾ ਵੀ ਜਦੋਂ ਆਇਆ ਤੇ ਉਹ ਅਨਰਿਸਪੌਂਸਿਵ ਸੀਗਾ। ਸੋ ਉਹਦੀ ਜਿਹੜਾ ਉਹਨੂੰ ਉੱਥੇ ਹੀ ਮੌਤ ਜਿਹੜੀ ਆ ਉਹਦੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਕਹਿੰਦੇ ਏਆਲਾ ਯੂਰੂਬੇ ਦੇ ਕੋਲ ਹਾਈਪਰਟੈਂਸ਼ਨ ਵੀ ਸੀ, ਟੈਚੀਕਾਰਡੀਆ ਤੇ ਹੋਰ ਕਈ ਉਹਦੇ ਹੈਲਥ ਇਸ਼ੂ ਸੀਗੇ। ਹੁਣ ਤੱਕ ਫੈਡਰਲ ਰੈਕਰਡਸ ਦੇ ਮੁਤਾਬਕ 14 ਡਿਟੇਨੀਜ਼ ਦੀ ਮੌਤ ਹੋ ਚੁੱਕੀ ਹੈ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਅੰਡਰ, ਜਨਵਰੀ ਤੋਂ ਲੈ ਕੇ ਹੁਣ ਤੱਕ। ਤੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਮਾਸ ਡਿਪੋਰਟੇਸ਼ਨ ਦਾ ਏਜੰਡਾ ਹੈਗਾ, ਉਹ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਲੱਗਾ ਹੋਇਆ ਹੈ। ਆਪਾਂ ਤੁਹਾਡੇ ਨਾਲ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਹੈਗੇ ਆ। ਮੈਕਸੀਕੋ ਦੇ ਫੋਰਨ ਰਿਲੇਸ਼ਨ ਡਿਪਾਰਟਮੈਂਟ ਨੇ ਕੰਡੋਲੈਂਸਸ ਆਫਰ ਕੀਤੀਆਂ ਹੈਗੀਆਂ ਉਸ ਬੰਦੇ ਦੇ ਪਰਿਵਾਰ ਨੂੰ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਮੈਕਸੀਕਨ ਕੌਂਸੂਲੇਟ ਆ ਸੈਨ ਬਰਨਡੀਨੋ ਦੇ ਵਿੱਚ ਉਹ ਫਾਲੋ ਅਪ ਕਰੂਗਾ ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਉਹਨਾਂ ਨੂੰ ਹੈਲਪ ਹੋਊਗੀ ਉਹ ਹੈਲਪ ਦੇਣਗੇ। ਆਈਸ ਦੇ ਮੁਤਾਬਕ ਏਆਲਾ ਯੂਰੂਬੇ ਯੂਐਸ ਦੇ ਵਿੱਚ ਅਨਨੋਨ ਡੇਟ ਨੂੰ ਅਨਨੋਨ ਲੋਕੇਸ਼ਨ ਦੇ ਉੱਤੇ ਐਂਟਰ ਹੋਇਆ ਸੀ ਤੇ ਉਹਨੂੰ ਜਿਹੜਾ ਇਹ ਡਾਕਾ ਦਾ ਸੀਗਾ, 39 ਸਾਲਾਂ ਦਾ ਸੀ, ਡਾਕਾ ਦੇ ਅੰਡਰ ਇਹ ਅਪਰੂਵ ਹੋਇਆ ਸੀ, ਡਾਕਾ ਦਾ ਉਹਦਾ ਕੇਸ ਚੱਲਦਾ ਸੀ ਤੇ ਉਹਨੇ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲਸ ਪ੍ਰੋਟੈਕਸ਼ਨ ਐਕਟ ਜਿਹੜਾ 2012 ਉਹਦੇ ਅੰਡਰ ਅਪਲਾਈ ਕੀਤਾ ਸੀ ਤੇ 2016 ਦੇ ਵਿੱਚ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਉਹਦੀ ਐਪਲੀਕੇਸ਼ਨ ਨੂੰ ਡਿਨਾਈ ਕਰ ਦਿੱਤਾ ਸੀਗਾ। ਸੋ ਉਹਦੇ ਕੋਲ ਦੋ ਦੇ ਕਰੀਬ ਡੀਯੂਆਈ ਵੀ ਸੀਗੀਆਂ। ਸੋ ਹੁਣ ਉਹਦੀ ਜਿਹੜੀ ਮੌਤ ਆ ਉਹ ਆਈਸ ਵਾਲਿਆਂ ਦੇ ਕਸਟਡੀ ਦੇ ਵਿੱਚ ਹੋਈ ਆ ਤੇ ਹੁਣ ਤੱਕ 12 ਮੌਤਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਹੋ ਚੁੱਕੀਆਂ। ਮੇਰੇ ਖਿਆਲ ਨਾਲ ਇਹਦੇ ਵਿੱਚ 2 ਮੌਤਾਂ ਉਹਨਾਂ ਨੇ ਨਹੀਂ ਇਨਕਲੂਡ ਕੀਤੀਆਂ ਜਿਹੜੀਆਂ ਸਵੇਰੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਇੱਕ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਸਨਾਈਪਰ ਨੇ ਜਿਹੜੀਆਂ ਗੋਲੀਆਂ ਚਲਾਈਆਂ ਅੱਜ ਸਵੇਰੇ ਟੈਕਸਸ ਦੇ ਵਿੱਚ। ਜੀ। ਸੋ ਸਨਾਈਪਰ ਦੇ ਬਾਰੇ ਇਹੀ ਹਰਜੋਤ ਸਿੰਘ ਜੀ ਅਜੇ ਤੱਕ ਪਤਾ ਲੱਗਾ, ਸ਼ਨਾਖਤ ਤਾਂ ਉਹਦੀ ਨਹੀਂ ਜਿਹੜੀ ਅਜੇ ਤੱਕ ਕੀਤੀ, ਪਰ ਇਹ ਕਿਹਾ ਵੀ ਜਿਹੜੀਆਂ ਐਂਟੀ ਆਈਸ ਵਾਲੀਆਂ ਗੋਲੀਆਂ ਦੀਆਂ ਜਿਹੜੀਆਂ ਸ਼ੈਲਿੰਗਸ ਆ ਉਹ ਉੱਥੋਂ ਮੌਕੇ ਵਾਰਦਾਤ ਤੋਂ ਬਰਾਮਦ ਜਿਹੜੀਆਂ ਹੋਈਆਂ ਆ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ ਉਹਨਾਂ ਨੇ ਚੰਗੀ ਜਿਹੜੀ ਝਾੜ ਆ ਇਸ ਬਾਬਤ ਜਿਹੜੀ ਉਹ ਪਾਈ ਆ। ਨਹੀਂ ਕਹਿੰਦੇ ਵੀ ਤੁਹਾਨੂੰ ਪਸੰਦ ਨਹੀਂ, ਤੁਹਾਨੂੰ ਪਾਲਿਸੀ ਚੰਗੀਆਂ ਲੱਗਦੀਆਂ, ਦੈਟਸ ਓਕੇ, ਤੁਸੀਂ ਪਾਲਿਸੀਜ਼ ਦੇ ਨਾਲ ਆਪਣਾ ਜਿਹੜਾ ਵਿਰੋਧਤਾ ਜਿਹੜੀ ਉਹ ਜਤਾ ਸਕਦੇ ਆ, ਪਰ ਵਾਇਲੈਂਸ ਲਾਅ ਐਨਫੋਰਸਮੈਂਟ ਦੇ ਉੱਤੇ ਇਹ ਬਿਲਕੁਲ ਵੀ ਜਿਹੜੀ ਸਹਿਣਯੋਗ ਨਹੀਂ ਆ, ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਪੋਲੀਟੀਕਲ ਵਾਇਲੈਂਸ ਆ ਉਹ ਇਸ ਟਾਈਮ ਠੀਕ ਨਹੀਂ ਆ, ਕਿਸੇ ਵੀ ਟਾਈਮ ਉਹ ਠੀਕ ਨਹੀਂ ਹੁੰਦੀ। ਤੇ ਕਹਿੰਦੇ ਵੀ ਇਹ ਇੱਕ ਬਹੁਤ ਮੰਦਭਾਗੀ ਤੇ ਮਾੜੀ ਜਿਹੜੀ ਉਹ ਗੱਲ ਆ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਇੱਕ ਵਾਰੀ ਫੇਰ ਕੈਲੀਫੋਰਨੀਆ ਦਾ ਹੋਰ ਜਿਊਲਰੀ ਸਟੋਰ ਉਹ ਚੋਰਾਂ ਲੁਟੇਰਿਆਂ ਦੇ ਧੱਕੇ ਜਿਹੜਾ ਉਹ ਚੜਿਆ। 25 ਸਸਪੈਕਟ ਉਹਨਾਂ ਨੇ ਕੈਲੀਫੋਰਨੀਆ ਦੇ ਇਸ ਜਿਊਲਰੀ ਸਟੋਰ ਦੇ ਉੱਤੇ ਧਾਵਾ ਬੋਲਿਆ, ਲੁੱਟ ਖਸੁੱਟ ਕੀਤੀ ਤੇ ਕਹਿੰਦੇ ਤਕਰੀਬਨ $1 ਮਿਲੀਅਨ ਦੀ ਜਿਹੜੀ ਮਰਚੈਂਡਾਈਜ਼ ਆ ਉਹ ਚੋਰੀ ਕਰਕੇ ਲੈ ਗਏ। 25 ਜਾਣੇ ਸੈਨ ਰਮੋਨ ਜਿਹੜਾ ਸ਼ਹਿਰ ਆ ਕੈਲੀਫੋਰਨੀਆ 'ਚ ਬੇਰੀਏ ਜਿਹੜੇ ਇਲਾਕੇ ਦੇ ਵਿੱਚ ਕਹਿ ਲਓ ਵੀ ਪੈਂਦਾ ਆ, 25 ਜਾਣੇ ਮਾਸਕ ਜਿਹੜਾ ਉਹ ਪਾ ਕੇ ਆਏ ਹੋਏ ਸੀਗੇ ਤੇ $1 ਮਿਲੀਅਨ ਦੀ ਜਿਹੜੀ ਚੋਰੀ ਕਰਕੇ ਲੈ ਗਏ। ਇਸ ਗਰੁੱਪ ਨੇ ਹੈਲਰ ਜਿਊਲਰਸ ਜਿਹੜੇ ਸਿਟੀ ਸੈਂਟਰ ਬਿਸ਼ਪ ਰੈਂਚ ਸ਼ਾਪਿੰਗ ਮਾਲ ਦੇ ਵਿੱਚ ਸਥਿਤ ਹੈਗਾ ਆ, ਉੱਥੇ ਸੋਮਵਾਰ ਦੀ ਦੁਪਹਿਰ ਨੂੰ ਇਸ ਕਾਂਡ ਨੂੰ ਅੰਜਾਮ ਦਿੱਤਾ। ਅੱਗੇ ਤਾਂ ਹਰਜੋਤ ਸਿੰਘ ਜੀ ਇਹ ਵੀ ਹੁੰਦਾ ਸੀਗਾ ਵੀ ਗੱਡੀ ਦੇ ਨਾਲ ਸ਼ੀਸ਼ਾ ਭੰਨ ਕੇ ਥੌੜੇ ਲੈ ਕੇ ਇਦਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਸੀ। ਇਸ ਵਾਰ ਕਹਿੰਦੇ ਵੀ 3 ਗਨਸ ਵੀ ਜਿਹੜੀਆਂ ਉਹਨਾਂ ਦੇ ਕੋਲ ਸੀਗੀਆਂ ਤੇ ਉਹਨਾਂ ਨੇ ਮੌਬ ਜਿਹੜੀ ਉਹ ਅੰਦਰ ਵੜੀ, 25 ਜਾਣੇ ਵੜੇ ਤੇ ਭੰਨ ਤੋੜ ਜਿਹੜੀ ਉਹ ਕਰਕੇ ਕਰੋਬਾਰ, ਪਿਕ ਐਕਸ, ਥੌੜੇ ਜਿਹੜੇ ਆ ਉਹ ਜਿਹੜੇ ਉਹ ਲਾਏ। ਇਸ ਤੋਂ ਬਾਅਦ 'ਚ ਕਹਿੰਦੇ ਵੀ ਉਹ ਅੰਦਰ ਜਿਹੜੇ ਉਹ ਲੌਕ ਵੀ ਹੋ ਗਏ ਸੀ, ਆਟੋਮੈਟਿਕ ਕਲੋਜ਼ਿੰਗ ਡੋਰਸ
ਦੇ ਵਿੱਚ। ਕਹਿੰਦੇ ਵੀ ਇਹ ਦੂਜੀ ਵਾਰ ਹੋਇਆ ਆ ਹੈਲਰ ਜਿਊਲਰਸ ਦੇ ਉੱਤੇ ਜਦ ਇੰਨੀ ਵੱਡੀ ਲੁੱਟ ਦਾ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਆ, ਉਹ ਨਿਸ਼ਾਨਾ ਬਣੇ ਆ। ਇਸ ਤੋਂ ਪਹਿਲਾਂ ਸੇਂਟ ਪੈਟਰਿਕ ਡੇ ਦੇ ਉੱਤੇ 2023 ਦੇ ਵਿੱਚ 7 ਜਾਣਿਆਂ ਦੇ ਦੁਆਰਾ ਇਸੇ ਤਰੀਕੇ ਦੀ ਲੁੱਟ ਉੱਥੇ ਕੀਤੀ ਗਈ ਸੀ। ਉਦੋਂ ਵੀ $1 ਮਿਲੀਅਨ ਦੀ ਜਿਹੜੇ ਜਿਊਲਸ ਆ ਉਹ ਉੱਥੋਂ ਉਹਨਾਂ ਨੇ ਚੋਰੀ ਜਿਹੜੀ ਉਹ ਕਰਕੇ ਲੈ ਗਏ ਸੀ। ਬਾਅਦ ਦੇ ਵਿੱਚ ਜਿਹੜੀ ਰੋਲੈਕਸ ਉਹਨਾਂ ਨੇ ਚੋਰੀ ਕੀਤੀ ਸੀ, ਉਹ 'ਚ GPS ਟਰੈਕਿੰਗ ਡਿਵਾਈਸ ਲਾਇਆ ਹੋਇਆ ਸੀ। ਉਹਦੇ ਜ਼ਰੀਏ ਬਾਅਦ ਦੇ ਵਿੱਚ ਜਿਹੜੇ ਸਸਪੈਕਟ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਜਦ ਆਟੋਮੈਟਿਕ ਡੋਰ ਹਰਜੋਤ ਸਿੰਘ ਜੀ ਬੰਦ ਹੋ ਗਏ ਤਾਂ ਇਹਨਾਂ ਲੁਟੇਰਿਆਂ ਦੇ ਦੁਆਰਾ ਗੋਲੀ ਜਿਹੜੀ ਉਹ ਚਲਾ ਕੇ ਸ਼ੀਸ਼ਾ ਜਿਹੜਾ ਉਹ ਭੰਨਿਆ, ਜਿਸ ਤੋਂ ਬਾਅਦ ਦੇ ਵਿੱਚ ਚੋਰ ਲੁਟੇਰੇ ਆ ਉਹ ਉੱਥੋਂ ਨਿਕਲ ਗਏ। 6 ਗੱਡੀਆਂ ਦੇ ਵਿੱਚ ਜਿਹੜੇ ਉਹ ਆਏ ਸੀ ਤੇ ਸ਼ਾਪਿੰਗ ਮਾਲ ਦੇ ਜਿਹੜੇ ਵੈਲ ਏਰੀਆ ਹੁੰਦਾ ਆ, ਉੱਥੇ ਉਹਨਾਂ ਨੇ ਪਾਰਕ ਕੀਤੀਆਂ ਸੀ ਤੇ ਇਹ ਵੀ ਪਤਾ ਲੱਗ ਰਿਹਾ ਆ ਵੀ ਉਹ ਗੱਡੀਆਂ ਵੀ ਇਹਨਾਂ ਨੇ ਚੋਰੀ ਦੀਆਂ ਹੀ ਉੱਥੇ ਲਿਆਂਦੀਆਂ ਸੀਗੀਆਂ। ਹੁਣ ਇਹਦਾ ਤੁਸੀਂ ਹਿਸਾਬ ਲਾ ਲਓ ਵੀ ਇੱਕ ਪਾਸੇ ਤਾਂ ਆਪਾਂ ਦੇਖ ਰਹੇ ਹਾਂ ਵੀ ਜਿਨ੍ਹਾਂ ਦੇ ਉੱਤੇ ਥੋੜ੍ਹੀਆਂ ਕੋਈ ਵਾਇਲੇਸ਼ਨ ਹੈਗੀਆਂ ਆ, ਉਹਨਾਂ ਨੂੰ ਚੱਕ ਕੇ ਜਿਹੜਾ ਡਿਪੋਰਟ ਕੀਤਾ ਜਾ ਰਿਹਾ। ਦੂਜੇ ਪਾਸੇ ਸਮੈਸ਼ ਐਂਡ ਗ੍ਰੈਬ ਸ਼ਰੇਆਮ ਕਿੰਨੇ ਸਟੋਰ ਆ, ਸੰਨੀਵਿਲ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਸਟੋਰ, ਫਰੀਮੌਂਟ ਦੇ ਵਿੱਚ 2 ਜੁਐਲਰੀ ਦੇ ਸਟੋਰ, ਸਟਾਕਟਨ, ਟ੍ਰੇਸੀ, ਸੈਕਰਾਮੈਂਟੋ, ਕਿੰਨੇ ਏਰੀਏ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਕਿੰਨੇ ਸਟੋਰ ਸਮੈਸ਼ ਐਂਡ ਗ੍ਰੈਬ ਦੇ ਵਿੱਚ ਜਿਹੜੇ ਉਹ ਲੁੱਟ ਹੋਏ ਹੈਗੇ ਆ ਤੇ ਹਜੇ ਵੀ ਰੁਕ ਨਹੀਂ ਰਹੇ ਹੈਗੇ। ਸੋ ਇਦਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਅਰੈਸਟ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਕਿ ਜਿਹੜੀ ਚੀਜ਼ ਇਦਾਂ ਦੀ ਜਿਹੜੀ ਦੁਬਾਰਾ ਕੀ ਨਾ ਵਾਪਰੇ। ਪਰ ਹੁਣ ਮੈਨੂੰ ਤਾਂ ਲੱਗਦਾ ਜਿਹੜੇ ਇਦਾਂ ਦੇ ਬਿਜ਼ਨਸ ਆ ਉਹ ਕਿੰਨਾ ਖਤਰੇ ਵਾਲਾ ਜਿਹੜਾ ਕੰਮ ਆ ਉਹ ਹੈਗਾ, ਬੰਦਾ ਕਰੇ ਤਾਂ ਕੀ। ਸੋ 25 ਜਾਣੇ ਦੇ ਕਰੀਬ ਸੀਗੇ, 7 ਜਾਣੇ ਤਾਂ ਉਹਨੇ ਫੜ ਲਿਆ। $1.1 ਮਿਲੀਅਨ ਵਰਥ ਆਫ ਜਿਹੜੀ ਜਿਊਲਸ ਸੀਗੇ, ਜੁਐਲਰੀ ਸੀਗੀ, ਉਹ ਉੱਥੋਂ ਲੁੱਟ ਕੇ ਲੈ ਗਏ। ਕੁਛ ਕੁ ਕਹਿੰਦੇ ਜਿਹੜੀ ਆ ਉਹ ਰਸੀਦ ਵੀ ਜਿਹੜੀ ਉਹ ਉਹਨਾਂ ਨੇ ਫੜ ਲਈ ਹੈ ਜਿਹੜੀ ਦੁਬਾਰਾ, ਲੈ ਵੀ ਲਈ ਬਰਾਮਦ ਹੈਗੀ ਆ, ਕਰ ਲਈ ਫੜ ਹੁਣ ਵੀ ਲਈ। ਦੁਬਾਰਾ। ਜੀ, ਜੀ। 17 ਤੋਂ 31 ਸਾਲ ਦੀ ਉਮਰ ਦੇ ਸੀਗੇ ਜਿਹੜੇ ਸਸਪੈਕਟ, ਜਿਹੜੇ 7 ਹੁਣ ਤੱਕ ਫੜੇ ਗਏ ਆ। ਕਹਿੰਦੇ ਵੀ ਓਕਲੈਂਡ ਤੇ ਉਸਦੇ ਇਰਦ-ਗਿਰਦ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਸੀਗੇ। ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਇੱਦਾਂ ਦੀ ਜਿਹੜੀ ਲੁੱਟ-ਖਸੁੱਟ ਆ ਉਹ ਬਹੁਤ ਹੀ ਜ਼ਿਆਦਾ ਕਾਮਨ ਆਪਾਂ ਦੇਖੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਹੁਣੇ ਸੈਨ ਹੋਜ਼ੇ ਦੇ ਵਿੱਚ ਇੱਕ ਵੀਅਤਨਾਮੀ ਇੱਦਾਂ ਹੀ ਸਟੋਰ ਦੇ ਉੱਤੇ, ਜੁਐਲਰੀ ਸਟੋਰ ਦੇ ਉੱਤੇ ਹੋਇਆ ਸੀ। ਉਹ ਵਿਚਾਰੇ ਨੂੰ ਹਾਰਟ ਅਟੈਕ ਹੀ ਆ ਗਿਆ ਸੀਗਾ। ਉਹ ਬਜ਼ੁਰਗ ਜੀ। ਜਿਹੜਾ ਉੱਥੇ ਬੰਦਾ ਸੀਗਾ। ਸੋ ਇਸ ਸੈਨ ਰਮੋਨ ਦੇ ਵਿੱਚ ਇੱਕ ਵਾਰੀ ਫੇਰ ਵਾਪਰਿਆ ਆ, ਜਿੱਥੇ ਇਹ ਲੁਟੇਰੇ ਆ ਇਕੱਲੇ ਥੋੜੇ-ਥੂੜੇ ਪਿਕ ਐਕਸੀ ਲੈ ਕੇ ਨਹੀਂ, ਹਥਿਆਰ ਲੈ ਕੇ, ਯਾਨੀ ਕਿ ਆਰਮਸ ਵੀ ਜਿਹੜੇ ਉਹ ਲੈ ਕੇ ਪਹੁੰਚੇ ਤੇ ਇੱਕ ਮਾਲ ਦੇ ਵਿੱਚੋਂ ਸ਼ਰੇਆਮ ਬਗੈਰ ਕਿਸੇ ਡਰ ਤੋਂ ਇਹ ਚੋਰੀ ਕਰਕੇ ਜਿਹੜੇ ਉਹ ਉੱਥੋਂ ਦੌੜੇ ਹੈਗੇ ਆ। ਸੋ ਇਹ ਕੰਮ ਪਤਾ ਨਹੀਂ ਕਦੋਂ ਜਿਹੜਾ ਉਹ ਰੁਕੇਗਾ। ਉੱਦਾਂ ਤਾਂ ਜਿਹੜਾ ਹਰਜੋਤ ਸਿੰਘ ਜੀ ਨਵੀਂ ਪ੍ਰੋਪੋਜੀਸ਼ਨ ਵੀ ਸਾਈਨ ਕੀਤੀ ਗਈ ਹੈਗੀ ਆ, ਉਹਦੇ ਨਾਲ ਜਿਹੜੇ ਡੀਏਜ਼ ਆ ਉਹ ਕਰ ਤਾਂ ਰਹੇ ਹੈਗੇ ਆ ਵੱਖ-ਵੱਖ ਲੋਕਾਂ ਨੂੰ ਪ੍ਰੋਸੀਕਿਊਟ, ਪਰ ਗੱਲ ਇਹੀ ਆ ਵੀ ਜੇ ਫੜ ਹੋਣਗੇ ਤਾਂ ਫਿਰ ਹੀ ਜਿਹੜਾ ਉਹ ਅੱਗੇ ਜਾ ਕੇ ਕੋਈ ਕਾਰਵਾਈ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕਦੀ ਆ। ਉਮੀਦ ਕਰਦੇ ਹਾਂ ਵੀ ਪ੍ਰਸ਼ਾਸਨ ਜਿਹੜੀ ਇਸ ਨੀਂਦ 'ਚੋਂ ਉੱਠੇ ਤੇ ਇੱਦਾਂ ਦੀਆਂ ਜਿਹੜੀ ਲੁੱਟ-ਖਸੁੱਟ ਆ ਉਹ ਬੰਦ ਹੋਵੇ। ਅਗਲੀ ਖਬਰ ਵੱਲ ਚਲੀਏ, ਜਿਹੜੀ ਇਹ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਬੰਦੇ ਨੂੰ, ਬਲਵਿੰਦਰ ਸਿੰਘ ਦੇ ਨਾਮ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ। 36 ਸਾਲਾਂ ਦਾ ਇਹ ਬੰਦਾ, ਫੈਲਨੀ ਚਾਰजेस ਲਾਏ ਗਏ ਆ ਤੇ ਸਸਪੈਕਟ ਕੀਤਾ ਗਿਆ ਵੀ ਉਹ ਇੱਕ ਲੇਡੀ ਨੂੰ ਸਕੈਮ ਕਰ ਰਿਹਾ ਸੀ ਉਹਦੀਆਂ ਲਾਈਫ ਸੇਵਿੰਗਸ ਦੇ। ਰੈਨੇ ਥਾਮਸ ਜੋ ਵਿਕਟਮ ਆ, ਉਸ ਨੂੰ ਕਾਲਸ ਗਈਆਂ ਵੀ ਜੀ ਤੇਰੇ ਨਾਮ ਨੂੰ ਦੀ ਜਿਹੜੀ ਆਇਡੈਂਟੀ ਆ ਚੋਰੀ ਕਰਕੇ ਕਿਸੇ ਨੇ 22 ਦੇ ਕਰੀਬ ਜਿਹੜੇ ਪੇਪਾਲ ਅਕਾਊਂਟਸ ਆ ਉਹ ਖੋਲ ਲਏ ਹੈਗੇ ਆ ਤੇ ਉਹ ਉਸ ਨੂੰ ਯੂਜ਼ ਕਰ ਰਹੇ ਹੈਗੇ ਆ। ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਇਸ ਨੇ ਜੋ ਰੇਨ ਥਾਮਸ ਆ, ਇਹ ਬੀਬੀ ਨੂੰ ਕਿਹਾ ਵੀ ਤੂੰ ਇੱਥੇ ਮੈਨੂੰ ਆ ਕੇ ਮਿਲ ਤੇ ਇੰਨੇ ਪੈਸੇ ਲਿਆ $28,000 ਦੇ ਕਰੀਬ, ਤੇ ਮੈਂ ਤੇਰੇ ਸਾਰੇ ਅਕਾਊਂਟ ਜਿਹੜੇ ਆ ਉਹ ਕਲੀਅਰ ਕਰਾ ਦੂੰਗਾ, ਜਿਹੜੇ ਪੈਸੇ ਕੱਢੇ ਵੀ ਗਏ ਆ ਉਹ ਵਾਪਸ ਆ ਜੂਗੇ। ਐਲੀਸਨ ਸਮਿਥ ਜੋ ਸਪੋਕਸਪਰਸਨ ਹੈਗੇ ਸੈਕਰਾਮੈਂਟੋ ਪੁਲਿਸ ਦੇ, ਉਹ ਕਹਿੰਦੇ ਵੀ ਜਦੋਂ ਕਿਉਂਕਿ ਇਹ ਬੀਬੀ ਥੋੜੀ ਤੇਜ਼ ਸੀ, ਇਹਨੇ ਪੁਲਿਸ ਨੂੰ ਵੀ ਦੱਸਤਾ ਤੇ ਜਦੋਂ ਇਹ ਪੈਸੇ ਦੇਣ ਗਈ ਤੇ ਕਾਰ ਦੇ ਵਿੱਚ ਇਹ ਜਿਹੜਾ ਆਇਆ ਹੋਇਆ ਸੀ ਸਕੈਮਰ, ਤੇ ਉੱਥੇ ਹੀ ਜਿਹੜਾ ਪੁਲਿਸ ਵਾਲਿਆਂ ਨੇ ਦਬੋਚ ਲਿਆ ਹੈਗਾ ਆ। ਸੋ ਹੁਣ ਇਹਦੇ ਉੱਤੇ ਜਿਹੜੇ ਆ ਫੈਲਨੀ ਚਾਰजेस ਲਾਏ ਗਏ ਹੈਗੇ ਆ। ਸਰੋਤਿਆਂ ਨੂੰ ਅਸੀਂ ਵਾਰ-ਵਾਰ ਦੱਸਦੇ ਰਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਕਾਲਸ ਆ ਉਹ ਸਕੈਮਿੰਗ ਵਾਲੀਆਂ ਆਉਂਦੀਆਂ ਰਹਿੰਦੀਆਂ। ਸੋ ਧਿਆਨ ਰੱਖਿਆ ਕਰੋ ਜਿਹੜੀਆਂ ਇਦਾਂ ਦੀਆਂ ਕਾਲਸ ਹੁੰਦੀਆਂ ਹੈਗੀਆਂ। ਬਹੁਤ ਸ਼ੋਅ ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਪਿਛਲੇ 15 ਸਾਲਾਂ 'ਚ ਕਰ ਚੁੱਕੇ ਹੈਗੇ ਆ, ਪਰ ਫਿਰ ਵੀ ਸਾਡੇ ਆਫਿਸ ਇੱਥੇ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਜੀ ਅਸੀਂ ਜਿਹੜੇ ਆ ਪੈਸੇ ਸਾਤੋਂ ਲੁੱਟ ਹੋ ਗਿਆ, ਸਾਨੂੰ ਪਤਾ ਨਹੀਂ ਚੱਲਿਆ ਹੈਗਾ। ਇੱਕ ਦੂਜੇ ਨਾਲ, ਗੁਆਂਢੀ ਨਾਲ, ਰਿਸ਼ਤੇਦਾਰ ਨਾਲ ਘੱਟੋ ਘੱਟ ਪੁੱਛ ਲਿਆ ਕਰੋ ਵੀ ਇਹ ਸਹੀ ਵੀ ਹੈਗੀ ਕਾਲ ਜਾਂ ਗਲਤ ਆ।
ਜੀ। ਅਗਲੀ ਗੱਲ ਕਰਦੇ ਜਾਈਏ, ਜੇਮਸ ਕੌਮੀ ਸਾਬਕਾ FBI ਦੇ ਜਿਹੜੇ ਡਾਇਰੈਕਟਰ ਆ, ਉਹਨਾਂ ਨੂੰ ਇੰਡਾਈਟ ਕੀਤਾ ਜਾ ਸਕਦਾ ਆ ਕਾਂਗਰਸ ਦੇ ਮੂਹਰੇ ਝੂਠ ਬੋਲਣ ਦੇ ਲਈ। ਨਵੇਂ ਅਪੁਆਇੰਟ ਕੀਤੇ ਗਏ US ਅਟਾਰਨੀ ਕਹਿੰਦੇ ਵੀ ਇਸ ਦੇ ਵਿੱਚ ਹੁਣ ਅੱਗੇ ਕੋਸ਼ਿਸ਼ ਜਿਹੜੀ ਉਹ ਕਰਨਗੇ। ਪ੍ਰੋਸੀਕਿਊਟਰਸ ਨੂੰ ਜਿਹੜਾ ਅਜੇ ਤੱਕ ਕੋਈ ਪ੍ਰੋਬੇਬਲ ਕਾਜ਼ ਕਹਿੰਦੇ ਵੀ ਲੱਭ ਨਹੀਂ ਸੀ ਰਿਹਾ, ਪਰ ਟਰੰਪ ਹੁਣੀ ਜਿੱਦ ਦੇ ਉੱਤੇ ਅੜੇ ਆ ਵੀ ਇਸ ਦੇ ਉੱਤੇ ਆਪਾਂ ਕੇਸ ਜਿਹੜਾ ਉਹ ਚਲਾਉਣਾ ਹੈਗਾ ਆ। ਤੇ ਹੁਣ ਕਹਿੰਦੇ ਵੀ ਟਰੰਪ ਹੁਣਾਂ ਦੇ ਦੁਆਰਾ ਵਰਜੀਨੀਆ ਦੇ ਜਿਹੜੇ US ਅਟਾਰਨੀ ਨੂੰ ਹੈਂਡ ਪਿਕ ਕੀਤਾ ਗਿਆ ਆ, ਉਹ ਕਹਿੰਦੇ ਵੀ ਪਲਾਨ ਕਰ ਰਹੇ ਆ ਗ੍ਰੈਂਡ ਜਿਊਰੀ ਲਿਆਉਣ ਦੇ ਲਈ, ਇੰਡਾਈਟ ਕਰਨ ਦੇ ਲਈ ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ ਨੂੰ ਜਿਹੜਾ ਉਹ ਲੈ ਕੇ। ਇਸ ਹਫਤੇ ਦੇ ਵਿੱਚ ਪ੍ਰੋਸੀਕਿਊਟਰਸ ਜਿਹੜੇ ਆ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਲਿੰਡਸੀ ਹੈਲਿੰਗਨ, ਟਰੰਪ ਹੁਣਾਂ ਦੇ ਸਾਬਕਾ ਪਰਸਨਲ ਅਟਾਰਨੀ, ਜਿਸ ਨੂੰ ਉਹਨਾਂ ਨੇ ਹੁਣ ਅਪੁਆਇੰਟ ਕੀਤਾ ਹੈ US ਅਟਾਰਨੀ ਆਫਿਸ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਨੂੰ ਜਿਹੜਾ ਲੀਡ ਕਰਨ ਦੇ ਲਈ। ਕਹਿੰਦੇ ਵੀ ਉਹਨਾਂ ਨੇ ਮੈਮੋ ਜਿਹੜਾ ਡਿਟੇਲਡ ਮੈਮੋ ਰਿਕਮੈਂਡ ਕੀਤਾ ਆ ਵੀ ਉਹਨਾਂ ਨੇ ਪਹਿਲਾਂ ਜਿਹੜਾ ਡਿਕਲਾਈਨ ਕਰ ਦਿੱਤਾ ਸੀ ਪਰਜਰੀ ਦੇ ਜਿਹੜੇ ਚਾਰजेस ਆ, obstruction ਚਾਰजेस ਆ ਕੌਮੀ ਦੇ ਉਲਟ ਲਿਆਉਣ ਦੇ ਲਈ। ਸੋ ਮੰਥ ਲੌਂਗ ਜਿਹੜੀ ਇਨਵੈਸਟੀਗੇਸ਼ਨ ਕੌਮੀ ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ DOJ ਦੇ ਪ੍ਰੋਸੀਕਿਊਟਰਸ ਦੇ ਦੁਆਰਾ, ਉਹ ਕਹਿੰਦੇ ਵੀ ਐਸਟੈਬਲਿਸ਼ ਕਰਨ ਦੇ ਵਿੱਚ ਪ੍ਰੋਬੇਬਲ ਕਾਜ਼ ਆਫ ਕ੍ਰਾਈਮ ਉਹ ਹਾਲ ਦੀ ਘੜੀ ਜਿਹੜੀ ਉਹ ਫੇਲ ਰਹੇ ਸੀਗੇ। ਪਰ ਹੁਣ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਨਵੇਂ ਜਿਹੜੇ US ਅਟਾਰਨੀ ਲਿਆਂਦੇ ਗਏ ਆ, ਉਹਨਾਂ ਦੇ ਜ਼ਰੀਏ ਟਰੰਪ ਹੁਣੀ ਕੌਮੀ ਦੇ ਉੱਤੇ ਨਿਸ਼ਾਨਾ ਜਿਹੜਾ ਆ ਉਹ ਲਾਉਣ ਜਾ ਰਹੇ ਹੈਗੇ ਆ। ਸੋ ਜਸਟਿਸ ਡਿਪਾਰਟਮੈਂਟ ਦੀਆਂ ਆਪਣੀਆਂ ਗਾਈਡਲਾਈਨਸ ਦੇ ਦੁਆਰਾ ਪ੍ਰੋਸੀਕਿਊਟਰਸ ਨੂੰ ਜ਼ਿਆਦਾਤਰ ਜਿਹੜਾ ਉਹ ਰੋਕਿਆ ਜਾਂਦਾ ਆ ਜਿਹੜੇ ਚਾਰजेस ਇਸ ਤਰੀਕੇ ਦੇ ਲਿਆਉਣ ਤੋਂ, ਅਨਲੈਸ ਜਿਹੜੇ ਇਹ ਪ੍ਰੂਵ ਕਰਨਾ ਹੋਵੇ ਬਿਯੋਂਡ ਰੀਜ਼ਨੇਬਲ ਡਾਊਟ ਵੀ ਡਿਫੈਂਡੈਂਟ ਦੇ ਦੁਆਰਾ ਇਸ ਦੇ ਵਿੱਚ ਡਿਫੈਂਡੈਂਟ ਨੂੰ ਜਿਹੜਾ ਇਸ ਦੇ ਵਿੱਚ ਗਿਲਟੀ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਹੈ, ਜਾਂ ਉਹ ਦੋਸ਼ ਉਸ ਉੱਤੇ ਸਾਬਤ ਜਿਹੜੇ ਉਹ ਕੀਤੇ ਜਾ ਸਕਦੇ ਹੈਗੇ ਆ। ਪਰ ਕਹਿੰਦੇ ਵੀ ਹੁਣ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਜਿਹੜਾ ਉਹ ਜਾਊਗਾ ਕੌਮੀ ਦੇ ਉਲਟ, ਕਈ ਜਣੇ ਇਸ ਨੂੰ ਪੋਲੀਟੀਕਲ ਜਿਹੜਾ ਇੱਕ ਹਿਸਾਬ ਦੇ ਨਾਲ ਬਦਲਾਖੋਰੀ ਆ, ਉਹ ਇਸ ਪਾਸੇ ਨੂੰ ਜਿਹੜਾ ਉਹ ਦੱਸ ਰਹੇ ਹੈਗੇ ਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਕੋਲ ਇਸ ਟਾਈਮ $43 ਮਿਲੀਅਨ ਦਾ ਡੈਫਿਸਿਟ ਆ, ਘਾਟਾ ਹੈਗਾ। ਸੋ ਜਿਹਦੇ ਕਰਕੇ ਹੁਣ ਕਹਿੰਦੇ ਵੀ ਅਕਤੂਬਰ 1 ਤੋਂ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਸਪੈਂਡਿੰਗ ਫਰੀਜ਼ ਕਰਨ ਜਾ ਰਹੇ ਹੈਗੇ ਆ। ਐਡਮਿਨਿਸਟ੍ਰੇਟਰਸ ਨੇ ਇਹ ਦੱਸਿਆ ਵੀ ਇਹ ਫਰੀਜ਼ ਨੈਸੈਸਰੀ ਆ ਤਾਂ ਕਿ ਜਿਹੜਾ ਪੇਰੋਲਸ ਨੂੰ ਤੇ ਜਿਹੜੇ ਹੋਰ ਉਹਨਾਂ ਦੇ ਆਪਰੇਸ਼ਨਸ ਆ ਉਹਨਾਂ ਨੂੰ ਕਵਰ ਕਰਨ ਦੇ ਲਈ ਜਿਹੜਾ ਇਦਾਂ ਹੀ ਚੱਲਦਾ ਰਹੇ, ਨਹੀਂ ਤਾਂ ਇੱਕ ਵੱਡੀ ਪ੍ਰੋਬਲਮ ਆਊਗੀ। ਡਿਸਟ੍ਰਿਕਟ ਲੱਭਦਾ ਰਿਹਾ ਵੀ $43 ਮਿਲੀਅਨ ਜਿਹੜੇ ਆ ਕਿਸ ਤਰ੍ਹਾਂ ਜਿਹੜਾ ਘਾਟੇ ਦੇ ਵਿੱਚ ਗਿਆ। ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੇ ਪ੍ਰੋਜੈਕਟਸ ਆ ਉਹਨਾਂ ਦੇ ਵਿੱਚ ਵੀ ਜਿਹੜੇ ਕਿਸੇ ਨੂੰ ਕੰਟਰੈਕਟ ਦਿੱਤੇ ਗਏ ਉਹ ਹੁਣ ਆਡਿਟ ਹੋ ਰਿਹਾ ਹੈ, ਬਿਲਕੁਲ ਸਹੀ ਨਹੀਂ ਸੀਗੇ, ਖਾਸ ਕਰਕੇ ਜਿਹੜੇ ਸਪੈਸ਼ਲ ਨੀਡਸ ਸਟੂਡੈਂਟਸ ਵਾਲੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਸਕੂਲ ਬੋਰਡ ਦੇ ਪ੍ਰੈਜ਼ੀਡੈਂਟ ਜਸਜੀਤ ਸਿੰਘ ਉਹਨਾਂ ਨੇ ਕਿਹਾ ਵੀ ਬੋਰਡ ਕਮਿਟਡ ਹੈਗਾ ਆ ਤਾਂ ਕਿ ਜਿਹੜਾ ਸਾਡਾ ਡਿਸਟ੍ਰਿਕਟ ਆ ਉਹ ਫਾਈਨੈਂਸ਼ੀਅਲੀ ਸਾਊਂਡ ਰਹੇ ਤੇ ਨਾਲ ਦੀ ਨਾਲ ਜਿਹੜੀਆਂ ਸਾਰੀਆਂ ਸਰਵਿਸਿਜ਼ ਸਟੂਡੈਂਟਸ ਨੂੰ ਆ ਉਹ ਚਾਲੂ ਰੱਖੀਏ ਇਸੇ ਤਰ੍ਹਾਂ ਹੀ, ਤਾਂ ਕਿ ਉਹ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੇ ਆਫ ਨਾ ਕਰਨੀ ਪਵੇ। ਸਕੂਲ ਡਿਸਟ੍ਰਿਕਟ ਬਜਟ ਕਹਿੰਦੇ ਵੀ ਕਨਸਟੈਂਟ ਸਟੇਟ ਆਫ ਫਲਕਚੁਏਸ਼ਨ ਦੇ ਵਿੱਚ ਆ। ਸਟੇਟ ਦਾ ਬਜਟ ਵੀ ਆਪਾਂ ਨੂੰ ਪਤਾ ਘਾਟੇ ਦੇ ਵਿੱਚ ਹੀ ਆ, ਸੋ ਉੱਪਰ ਥੱਲੇ ਹੁੰਦਾ ਰਹਿੰਦਾ। ਹਾਲਾਂਕਿ ਸੈਕਰਾਮੈਂਟੋ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਨਵੇਂ ਘਰ ਬਣੇ ਆ ਤੇ ਬਹੁਤ ਜ਼ਿਆਦਾ ਪ੍ਰੋਪਰਟੀ ਟੈਕਸ ਵੀ ਜਿਹੜਾ ਆ ਰਿਹਾ ਹੈਗਾ। ਸਕੂਲ ਦੇ ਵਿੱਚ ਪ੍ਰੋਪੋਜੀਸ਼ਨਸ ਹੁੰਦੀਆਂ ਹੈਗੀਆਂ ਪ੍ਰੋਪਰਟੀ ਟੈਕਸ ਦੇ ਵਿੱਚ, ਜਿਹੜੇ ਸਕੂਲਾਂ ਨੂੰ ਪੈਸੇ ਦਿੱਤੇ ਜਾਂਦੇ ਹੈਗੇ ਆ। ਸੋ ਇਹ ਇਕੱਲਾ ਇਹ ਸਕੂਲ ਬੋਰਡ ਨਹੀਂ, ਹੋਰ ਬਹੁਤ ਸਾਰੇ ਜਿਹੜੇ ਸਕੂਲ ਬੋਰਡ ਆ ਉਹ ਵੀ ਹੁਣ ਇਸ ਪ੍ਰੋਬਲਮ ਦਾ ਸ਼ਿਕਾਰ ਹੋ ਰਹੇ ਆ। ਜਾਂ ਤਾਂ ਲੇ ਆਫ ਹੋਊਗੀ, ਹਾਇਰਿੰਗ ਫਰੀਜ਼ ਹੋਊਗੀ। ਸੋ ਸਪੈਂਡਿੰਗ ਆ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਉਹਦੇ ਉੱਤੇ ਵਰਕਆਊਟ ਕਰ ਰਹੇ ਹੈਗੇ। ਹਾਊਸ ਦੇ ਮਿਨੋਰਟੀ ਲੀਡਰ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਹਕੀਮ ਜੈਫਰੀਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਵੀ ਤਰੀਕੇ ਦੀ ਹੈਂਡਸ਼ੇਕ ਡੀਲ GOP ਦੇ ਨਾਲ ਸ਼ਟਡਾਊਨ ਨਾ ਹੋਵੇ, ਉਸ ਦੇ ਲਈ ਉਹ ਰਾਜੀ ਨਹੀਂ ਹੈਗੇ। ਉਸ ਨੂੰ ਉਹਨਾਂ ਨੇ ਰੂਲ ਆਊਟ ਕਰ ਦਿੱਤਾ ਹੈਗਾ ਆ। ਉਹਨਾਂ ਨੇ ਰਿਪੋਰਟਰਸ ਦੇ ਨਾਲ ਨੂੰ ਦੱਸਦੇ ਹੋਏ ਕਿਹਾ ਵੀ ਕਿਸੇ ਵੀ ਤਰੀਕੇ ਦੀ ਅਨਰਿਟਨ ਐਗਰੀਮੈਂਟ ਉਹ ਉਹਨਾਂ ਦੇ ਨਾਲ ਨਹੀਂ ਕਰਨਗੇ, ਜਿੰਨੀ ਦੇਰ ਤੱਕ ਉਹ ਲਿਖਤੀ ਰੂਪ ਦੇ ਵਿੱਚ ਨਹੀਂ ਹੁੰਦਾ। ਅੱਜ ਜਿੱਦਾਂ ਸਵੇਰੇ ਆਪਾਂ ਦੱਸ ਰਹੇ ਸੀ, ਟਰੰਪ ਹੁਣਾਂ ਨੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਲੀਡਰਸ ਦੇ ਨਾਲ ਮੁਲਾਕਾਤ ਨੂੰ ਰੱਦ ਕਰ ਦਿੱਤਾ ਸੀ, ਜਿਹੜੀ ਸ਼ਟਡਾਊਨ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਬਚਾਉਣ ਖਾਤਰ ਸ਼ਟਡਾਊਨ ਨਾ ਹੋਵੇ ਉਹ ਜਿਹੜੀ ਕਰਨੀ ਸੀਗੀ। ਜੈਫਰੀਜ਼ ਤੇ ਜਿਹੜੇ ਸੈਨੇਟ ਦੇ ਮਿਨੋਰਟੀ ਲੀਡਰ ਨੇ ਚੱਕ ਸ਼ੂਮਰ, ਉਹਨਾਂ ਨੇ ਪਹਿਲਾਂ ਮੀਟਿੰਗ ਜਿਹੜੀ ਉਹ ਹਾਸਲ ਕੀਤੀ ਸੀ ਟਰੰਪ ਹੁਣਾਂ ਦੇ ਨਾਲ, ਪਰ ਉਸ ਨੂੰ ਕੈਂਸਲ ਜਿਹੜਾ ਉਹ
ਕਰ ਦਿੱਤਾ ਗਿਆ ਸੀਗਾ। ਰਿਪਬਲਿਕਨ ਕਾਂਗਰੈਸ਼ਨਲ ਲੀਡਰਸ ਨੇ ਕਿਹਾ ਸੀ ਟਰੰਪ ਹੋਣਾ ਨੂੰ ਵੀ ਇਹਨਾਂ ਦੇ ਨਾਲ ਮੁਲਾਕਾਤ ਤੁਸੀਂ ਨਾ ਕਰਿਓ। 30 ਸਤੰਬਰ ਅੱਜ ਤੋਂ ਜਿਹੜੇ ਉਹ 6 ਦਿਨਾਂ ਦੇ ਵਿੱਚ ਫੰਡਿੰਗ ਜਿਹੜੀ ਉਹ ਰਨ ਆਊਟ ਹੋ ਜਾਣੀ ਆ ਫੈਡਰਲ ਏਜੰਸੀਜ਼ ਦੀ, ਤੇ ਕਾਂਗਰਸ ਦੇ ਦੁਆਰਾ ਜੇ ਕੋਈ ਸਪੈਸ਼ਲ ਐਗਰੀਮੈਂਟ ਨਹੀਂ ਹੁੰਦਾ ਤਾਂ ਕੰਮਕਾਜ ਜਿਹੜਾ ਉਹ ਠੱਪ ਹੋ ਸਕਦਾ ਆ। ਸੋ ਕਈ ਸਾਲ ਪਹਿਲਾਂ ਵੀ ਜਿਹੜੇ ਗਵਰਨਮੈਂਟ ਸ਼ਟਡਾਊਨ ਜਿਹੜੇ ਉਹ ਹੋਏ ਆ, ਉਦਾਂ ਇਹ ਡਾਂਸ ਹਰ ਸਾਲ ਹੀ ਇਸ ਮਹੀਨੇ ਦੇ ਵਿੱਚ ਇਹਨਾਂ ਹਫ਼ਤਿਆਂ ਦੇ ਵਿੱਚ ਦੋਨੋਂ ਪਾਰਟੀਆਂ ਜਿਹੜੀਆਂ ਉਹ ਕਰਦੀਆਂ ਆ, ਤੇ ਇਵੈਂਚੁਅਲੀ ਕੋਈ ਨਾ ਕੋਈ ਸਮਝੌਤੇ ਕਰਕੇ ਜਿਹੜਾ ਸ਼ਟਡਾਊਨ ਆ ਉਸ ਨੂੰ ਬਚਾ ਲਿਆ ਜਾਂਦਾ ਆ। ਸੋ ਕਹਿੰਦੇ ਵੀ ਹੁਣ ਇਸ ਵਾਰ ਹੈਂਡਸ਼ੇਕ ਡੀਲ ਨਹੀਂ ਕਰਨੀ। ਜਿਹੜੇ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਰਿਪਬਲਿਕਨਸ ਨੂੰ ਵੀ ਭਾਈ ਜੋ ਵੀ ਅਸੀਂ ਕਰਾਂਗੇ ਲਿਖਤੀ ਰੂਪ ਦੇ ਵਿੱਚ ਹੋਊਗਾ, ਜਿਸ ਦੀ ਪ੍ਰਵਾਨਗੀ ਜਿਹੜੀ ਆ ਉਹ ਦੋਨੋਂ ਪਾਸਿਓਂ ਜਿਹੜੀ ਉਹ ਹੋਊਗੀ। ਹਾਊਸ ਦੇ ਵਿੱਚ ਚਾਹੇ ਬਿੱਲ ਪਾਸ ਹੋ ਜਾਵੇ, ਪਰ ਸੈਨੇਟ ਦੇ ਵਿੱਚ 60 ਵੋਟਾਂ ਅਜੇ ਤੱਕ GOP ਦੇ ਕੋਲ ਨਹੀਂ ਹਨ ਤਾਂ ਜੋ ਉਹ ਫਿਲਾਬਸਟਰ ਤੋਂ ਜਿਹੜਾ ਉਹ ਬਚ ਸਕਣ, ਤੇ ਫਿਲਾਬਸਟਰ ਦੀ ਵਰਤੋਂ ਕਰਦੇ ਹੋਏ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਜਿਹੜੇ ਬਜਟ ਬਿੱਲ ਆ ਉਸ ਨੂੰ ਡੈਡ ਕਰ ਸਕਦੇ ਆ। ਕੈਲੀਫੋਰਨੀਆ ਦੀ ਜਿਹੜੀ ਸੈਂਟਰਲ ਵੈਲੀ ਦੇ ਵਿੱਚ ਜਿਹੜੀ ਆ ਇੱਕ ਵਾਰੀ ਫੇਰ ਮੀਂਹ ਕਾਫੀ ਪਊਗਾ। ਪਿਛਲੇ ਹਫ਼ਤੇ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਮਾਰੀਓ ਸੀਗਾ ਟ੍ਰੋਪੀਕਲ ਸਟਾਰਮ, ਉਹਦੇ ਕਰਕੇ ਫਲੱਡਿੰਗ ਵੀ ਬਹੁਤ ਜ਼ਿਆਦਾ ਹੋਈ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਸੈਨੋਜ਼ੇ ਤੋਂ ਲੈ ਕੇ ਸੈਂਟਰਲ ਵੈਲੀ ਤੱਕ ਤੇ ਈਵਨ ਸਦਰਨ ਕੈਲੀਫੋਰਨੀਆ ਸੈਂਟਾ ਬਾਰਬਰਾ ਤੱਕ ਆਉਣ ਵਾਲੇ ਮੰਗਲਵਾਰ ਨੂੰ ਵੈਦਰ ਪ੍ਰੈਡਿਕਸ਼ਨ ਸੈਂਟਰ ਵੱਲੋਂ ਲੈਵਲ 1 ਜਿਹੜਾ ਆ ਫਲੈਸ਼ ਫਲੱਡਿੰਗ ਵੀ ਜਾਰੀ ਕੀਤੀ ਗਈ ਆ, 4 ਦੇ ਵਿੱਚੋਂ ਲੈਵਲ 1। ਸੋ ਨਵਾਡਾ ਦੇ ਬਾਰਡਰ ਦੇ ਉੱਤੇ ਵੀ ਸੈਨ ਡੀਗੋ ਦੇ ਵਿੱਚ ਪਿਛਲੇ ਸਟਾਰਮ ਦੇ ਦੌਰਾਨ ਲਗਭਗ ਅੱਧਾ ਇੰਚ ਜਿਹੜਾ ਮੀਂਹ ਪਿਆ ਸੀ, ਤੇ ਸਦਰਨ ਕੈਲੀਫੋਰਨੀਆ 'ਚ ਕਈ ਜਗ੍ਹਾ ਜਿਹੜੀ ਫਲੱਡਿੰਗ ਆਈ ਸੀ। ਇੱਕ ਬੱਚੇ ਆ ਜਿਹੜਾ ਆ ਉਹਦੀ ਮੌਤ ਵੀ ਹੋ ਗਈ ਸੀ 2 ਸਾਲਾਂ ਦੀ। ਕਈ ਲੋਕ ਜਿਹੜੇ ਆ ਉਹ ਜਿਹੜੇ ਛੋਟੇ-ਛੋਟੇ ਫਲੱਡ ਆਉਂਦੇ ਉਹਨਾਂ ਦੇ ਵਿੱਚ ਫਸ ਵੀ ਗਏ ਸੀਗੇ। ਸੋ ਦੁਬਾਰਾ ਕਿ ਫੇਰ ਕਹਿੰਦੇ ਲੋ ਪ੍ਰੈਸ਼ਰ ਸਿਸਟਮ ਬਣ ਰਿਹਾ ਹੈਗਾ, ਉਹਦੇ ਕਰਕੇ ਹੁਣ ਜਿਹੜਾ ਮੀਂਹ ਆ ਉਹ ਕਾਫੀ ਆਊਗਾ ਆਉਣ ਵਾਲੇ ਅਗਲੇ ਹਫ਼ਤੇ 'ਚ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਿਹਾ ਜਿਹੜੇ ਹਰਜੀਤ ਕੌਰ 73 ਸਾਲਾ ਜਿਹੜੇ ਜਿਨ੍ਹਾਂ ਨੂੰ ਜਿਹੜਾ ਆਈਸ ਨੇ ਡਿਟੇਨ ਕਰ ਲਿਆ ਸੀ, ਉਹ ਹਾਜ਼ਰੀ ਲਵਾਉਂਦੇ ਹੁੰਦੇ ਸੀ ਆਈਸ ਦੇ ਵਿੱਚ ਪਿਛਲੇ ਕੁਛ ਵੀਕਾਂ 'ਚ, ਉਹਨਾਂ ਬਾਰੇ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਆ ਵੀ ਸ਼ਾਇਦ ਉਹਨਾਂ ਨੂੰ ਆਲਰੇਡੀ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ। ਇਨਹਿਊਮੇਨ ਕੰਡੀਸ਼ਨਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਰੱਖਿਆ ਗਿਆ ਸੀਗਾ। ਮੈਂ ਦੇਖ ਰਿਹਾ ਸੀਗਾ ਆਈ ਥਿੰਕ ਸਿੱਖ ਕੋਲੇਸ਼ਨ ਵਾਲਿਆਂ ਨੇ ਅੱਜ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਕੀਤਾ ਸੀਗਾ ਵੀ ਉਹਨਾਂ ਨੂੰ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਜਿਹੜੀ ਜਾਣਕਾਰੀ ਆ ਉਹਨਾਂ ਦੇ ਬਾਬਤ ਪਤਾ ਜਿਹੜੀ ਉਹ ਲੱਗ ਰਹੀ ਆ। ਉਹਨਾਂ ਦੇ ਵਕੀਲਾਂ ਨੇ ਕੋਸ਼ਿਸ਼ਾਂ ਤੇ ਜਿਹੜੀਆਂ ਉਹ ਬਹੁਤ ਕੀਤੀਆਂ, ਪਰ ਜਦੋਂ ਆਪਾਂ ਨੂੰ ਪਤਾ ਆ ਵੀ ਸਰਕਾਰ ਇਸ ਟਾਈਮ ਤੱਤੇ ਘਾਹ ਜਿਹੜੀ ਉਹ ਚੱਲ ਰਹੀ ਆ, ਜਿਨ੍ਹਾਂ ਦਾ ਵੀ ਮੌਕਾ ਉਹਨਾਂ ਨੂੰ ਲੱਗਦਾ ਡਿਪੋਰਟ ਕਰਨ ਦਾ, ਉਹ ਝੱਟ ਦੇਣੀ ਉਸ ਕਾਰਵਾਈ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਜਿਹੜੇ ਉਹ ਵੱਧ ਰਹੇ ਹੈਗੇ ਆ। ਜਾਂਦੇ ਮਾਰਕੀਟਸ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਾਓ ਜੋਨ ਅੱਜ 172 ਪੁਆਇੰਟ ਘਟ ਕੇ 46,121 ਦੇ ਬੰਦ ਹੋਇਆ। S&P 19 ਪੁਆਇੰਟ ਘਟ ਕੇ 6638 ਦੇ ਉੱਤੇ, ਨੈਸਡੈਕ 76 ਪੁਆਇੰਟ ਘਟ ਕੇ 22,498 ਦੇ ਉੱਤੇ। ਸੋਨੇ ਦਾ ਭਾਅ 3700 ਤੇ $79 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ। 10 year yield 4.14%, ਬਿਟਕੋਇਨ $1,13,093 ਤੇ ਇਥੀਰੀਅਮ 4100 ਤੇ $28 ਦੇ ਬਰਾਬਰ ਚੱਲ ਰਿਹਾ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 285 ਰੁਪਏ ਤੇ 87 ਪੈਸੇ। $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 76 ਪੈਸੇ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।